ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਜਿਵੇਂ ਕਿ ਆਪਾਂ ਪਿਛਲੇ ਦਿਨੀ ਦੇਖਿਆ ਕਿ ਪੰਜਾਬ ਦੇ ਵਿੱਚ ਭਾਰੀ ਤੋਂ ਲੈ ਕੇ ਬਹੁਤ ਭਾਰੀ ਮੀਂਹ ਅਤੇ ਗੜੇਮਾਰੀ ਕਈ ਇਲਾਕਿਆਂ ਵਿੱਚ ਹੋਈ ਹੈ। ਇਸ ਦੇ ਨਾਲ ਕਿਸਾਨੀ ਦਾ ਜਿਹੜਾ ਪੂਰਾ ਜਿਹੜਾ ਕਹਿ ਦਈਏ ਆਪਾਂ ਵੀ ਇੱਕ ਤਰ੍ਹਾਂ ਦਾ ਜਿਹੜਾ ਚੱਲਦਾ ਆ ਰਿਹਾ ਸੀਜ਼ਨ ਸੀ ਉਹ ਪੂਰੀ ਤਰ੍ਹਾਂ ਅੰਤ ਤੇ ਆ ਕੇ ਡਾਵਾਡੋਲ ਹੋ ਗਿਆ ਹੈ। ਸੋ ਜਿਸ ਦੇ ਚੱਲਦੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਝੋਨੇ ਦੀ ਇਸ ਵੇਲੇ ਜਿਹੜੀ ਲਾਸਟ ਸਟੇਜ ਦੀ ਵਾਢੀ ਜਿਹੜੀ ਸ਼ੁਰੂ ਹੋਣ ਜਾ ਰਹੀ ਸੀ, ਜਿਹੜੀਆਂ ਲੇਟ ਵੈਰਾਈਟੀਆਂ ਪੂਸ਼ਾ 44 ਵਗੈਰਾ ਹੋ ਗਈ, ਤਾਂ ਉਹ ਮੀਂਹ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਖੜੀਆਂ ਫਸਲਾਂ ਉੱਪਰ ਗੜੇਮਾਰੀ ਹੋਣ ਦੇ ਕਰਕੇ ਜਿੱਥੇ ਫਸਲ ਤਬਾਹ ਹੋ ਗਈ ਹੈ ਅਤੇ ਉੱਥੇ ਜਿਹੜੇ ਇਲਾਕਿਆਂ ਵਿੱਚ ਗੜੇਮਾਰੀ ਨਹੀਂ ਹੋਈ ਤਾਂ ਉਹਨਾਂ ਵਿੱਚ ਮੀਂਹ ਪੈਣ ਕਰਕੇ ਪਾਣੀ ਹੀ ਇੰਨਾ ਜ਼ਿਆਦਾ ਹੋ ਗਿਆ ਕਿ ਆਉਣ ਵਾਲੇ 5 ਤੋਂ 7 ਦਿਨਾਂ ਤੱਕ ਕੋਈ ਵੀ ਖੇਤੀ ਦਾ ਜਿਹੜਾ ਕੰਮ ਆ ਉਹ ਹੋਣ ਦੇ ਚਾਂਸ ਨਹੀਂ ਹਨ। ਤੇ ਦੂਜੇ ਪਾਸੇ ਜੇਕਰ ਆਲੂਆਂ ਦੀ ਕਾਸ਼ਤ ਕਰਨ ਵਾਲੇ ਜਾਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਜਿਹੜਾ ਨੁਕਸਾਨ ਆ ਕਾਫੀ ਵੱਡੇ ਪੱਧਰ ਉੱਪਰ ਹੋਇਆ, ਗੜੇਮਾਰੀ ਹੋਈ ਹੈ। ਤੇ ਦੂਜੇ ਪਾਸੇ ਖੜੀ ਆਲੂ ਦੀ ਫਸਲ ਜਿਹੜੀ ਤਾਜ਼ੀ ਲਵਾਈ ਹੋਈ ਸੀ ਤਾਂ ਉਸਦੇ ਉੱਪਰ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿ ਕਿਸਾਨਾਂ ਨੂੰ ਇਹ ਸ਼ੰਕਾ ਹੋ ਰਹੀ ਹੈ ਕਿ ਕਿਤੇ ਆਲੂ ਦੀ ਫਸਲ 100% ਹੀ ਤਬਾਹ ਨਾ ਹੋ ਜਾਵੇ। ਸੋ ਇਸ ਮੀਂਹ ਦਾ ਨੁਕਸਾਨ ਜਿਹੜਾ ਹਰੇਕ ਕਿਸਾਨੀ ਪੱਧਰ ਉੱਪਰ ਪਿਆ ਹੈ, ਚਾਹੇ ਸਬਜ਼ੀ ਵਾਲਾ ਹੋਵੇ ਚਾਹੇ ਕਣਕ ਝੋਨੇ ਦੀ ਕਾਸ਼ਤ ਵਾਲਾ ਹੋਵੇ। ਜਿਹੜੇ ਕਿਸਾਨ ਵੀਰ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਫਸਲਾਂ ਦੀ ਕਟਾਈ ਕਰਕੇ ਮੰਡੀਆਂ ਵਿੱਚ ਲੈ ਗਏ ਸਨ ਤਾਂ ਉਹ ਮੰਡੀਆਂ ਵਿੱਚ ਫਸਲ ਰੁਲ ਗਈ ਹੈ, ਭਿੱਜ ਗਈ ਹੈ, ਨੁਕਸਾਨ ਉੱਥੇ ਵੀ ਬਹੁਤ ਜ਼ਿਆਦਾ ਹੋਇਆ। ਸੋ ਹੁਣ ਜਿਵੇਂ ਕਿ ਝੋਨੇ ਦੀ ਵਢਾਈ ਹੈ, ਲਗਭਗ ਇਹ ਆਸਾਰ ਬਣ ਰਹੇ ਨੇ ਕਿ 5 ਤੋਂ 7 ਦਿਨਾਂ ਬਾਅਦ ਲਗਭਗ ਦੀਵਾਲੀ ਦੇ ਆਸ-ਪਾਸ ਜਿਹੜੀ ਵਢਾਈ ਸ਼ੁਰੂ ਹੋਵੇਗੀ ਅਤੇ ਉਹ ਵੀ ਖੇਤ ਬਹੁਤ ਜ਼ਿਆਦਾ ਨਰਮ ਨੇ, ਪਾਣੀ ਖੜਾ ਹਾਲੇ ਵੀ, ਅਤੇ ਜਿਸ ਦੇ ਚੱਲਦੇ ਨਮੀ ਦੀ ਮਾਤਰਾ ਫਸਲ ਦੇ ਵਿੱਚੋਂ ਜਾਣ ਦੀ ਜਿਹੜੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਨਜ਼ਰ ਆ ਰਹੀ ਹੈ। ਸੋ ਕਿਸਾਨ ਵੀਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਮੰਡੀਆਂ ਵਿੱਚ ਫਿਰ ਤੋਂ ਰੁਲ ਸਕਦੇ ਨੇ, ਕਿਉਂਕਿ ਮੰਡੀ ਬੋਰਡ ਆ ਜਿਹੜਾ ਆਪਣਾ ਮੋਇਸਚਰ ਦੀ ਮਾਤਰਾ ਉੱਪਰ ਝੋਨੇ ਦੀ ਖਰੀਦ ਕਰੇਗਾ ਅਤੇ ਹੁਣ ਟੈਂਪਰੇਚਰ ਘਟਣਗੇ, ਸਰਦੀ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ। ਸੋ ਨਮੀ ਦੀ ਮਾਤਰਾ ਜਿਹੜੀ ਫਸਲ ਦੇ ਵਿੱਚੋਂ ਜਾਣੀ ਹੈ ਜਿਹੜੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਇਹਨਾਂ ਦਿਨਾਂ ਵਿੱਚ। ਸੋ ਜਿਸ ਕਰਕੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਮੰਡੀਆਂ ਦੇ ਵਿੱਚ ਵੀ ਜਿਹੜਾ ਵੱਡਾ ਮੁਸੀਬਤ ਆ ਉਹ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਸੋ ਇਸ ਸੰਬੰਧੀ ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਮੋਇਸਚਰ ਦੇ ਉੱਪਰ ਥੋੜ੍ਹੀ ਜਿਹੀ ਰਾਹਤ ਦੇਣੀ ਚਾਹੀਦੀ ਹੈ ਕਿਸਾਨਾਂ ਨੂੰ, ਕਿਉਂਕਿ ਮੌਸਮ ਜੇ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ, ਹੁਣ ਕਿਸਾਨਾਂ 'ਤੇ ਮੁਸੀਬਤ ਜੇ ਪਈ ਹੈ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਸਹਿਯੋਗ ਦੇਣਾ ਚਾਹੀਦਾ ਤਾਂ ਜੋ ਕਿਸਾਨ ਆਪਣੀ ਸਮੇਂ 'ਤੇ ਫਸਲ ਮੰਡੀਆਂ ਵਿੱਚ ਵੇਚ ਸਕਣ। ਅਤੇ ਦੂਜੇ ਪਾਸੇ ਜੋ ਕਿਸਾਨ ਆਲੂ ਦੀ ਕਾਸ਼ਤ ਕਰਦੇ ਨੇ ਤਾਂ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨ ਜਿਹੜੇ ਤਾਜ਼ੀ ਲਵਾਈ ਆਲੂ ਆ ਹਾਲੇ ਤੱਕ ਜਿਹਦਾ ਜੰਮ ਨਹੀਂ ਹੋਇਆ ਜਾਂ ਥੋੜ੍ਹਾ ਬਹੁਤ ਜੰਮ ਹੋ ਵੀ ਚੁੱਕਿਆ ਤਾਂ ਉਹਨਾਂ ਵਿੱਚ ਮੀਂਹ ਪੈਣ ਕਰਕੇ ਵੱਟਾਂ ਜਿਹੜੀਆਂ ਬਹੁਤ ਜ਼ਿਆਦਾ ਟਾਈਟ ਅਤੇ ਸਖਤ ਹੋ ਗਈਆਂ ਨੇ। ਸੋ ਜਿਸ ਕਰਕੇ ਆਲੂ ਦਾ ਜਿਹੜਾ ਕਾਸ਼ਤ ਆ ਉਹਦਾ ਝਾੜ ਦੇ ਉੱਪਰ ਅਸਰ ਦੇਖਣ ਨੂੰ ਮਿਲੇਗਾ। ਸੋ ਇਸ ਦੇ ਹੱਲ ਦੇ ਸੰਬੰਧੀ ਕਿਸਾਨ ਵੀਰ ਥੋੜ੍ਹੇ ਬਹੁਤ ਉਪਾਅ ਆਪਣੇ ਪੱਧਰ ਉੱਪਰ ਕਰ ਸਕਦੇ ਨੇ, ਜਿਵੇਂ ਕਿ ਵੱਟਾਂ ਦੇ ਵਿੱਚ ਜੋ ਹਲ ਆਉਂਦੇ ਨੇ ਮਿੱਟੀ ਚੜਵਾਉਣ ਵਾਲੇ ਤਾਂ ਉਹ ਟਰੈਕਟਰ ਨਾਲ ਫੇਰੇ ਜਾ ਸਕਦੇ ਨੇ, ਜਿਨ੍ਹਾਂ ਦੇ ਕਰਕੇ ਮਿੱਟੀ ਥੋੜ੍ਹੀ ਬਹੁਤ ਵੱਟਾਂ ਨੂੰ ਲੱਗ ਵੀ ਜਾਵੇਗੀ ਅਤੇ ਵੱਟਾਂ ਦੇ ਵਿੱਚ ਥੋੜ੍ਹੀ ਬਹੁਤ ਪੁਲਾਈ ਵੀ ਆ ਜਾਵੇਗੀ ਅਤੇ ਆਲੂ ਦਾ ਆਕਾਰ ਵੀ ਥੋੜ੍ਹਾ ਬਹੁਤ ਚੰਗਾ ਬਣ ਜਾਵੇਗਾ। ਸੋ ਇਸ ਤਰ੍ਹਾਂ ਦੇ ਥੋੜ੍ਹੇ ਬਹੁਤ ਉਪਾਅ ਆਪਾਂ ਆਪਣੇ ਪੱਧਰ ਉੱਪਰ ਕਰ ਸਕਦੇ ਹਾਂ ਤਾਂ ਜੋ ਆਪਾਂ ਫਸਲਾਂ ਦਾ ਥੋੜ੍ਹਾ ਜਿਹਾ ਰੱਖ ਰਖਾਵ ਸਹੀ ਸੰਗ ਨਾ ਕਰਕੇ ਥੋੜ੍ਹਾ ਜਿਹਾ ਆਪਾਂ ਚੰਗਾ ਝਾੜ ਪ੍ਰਾਪਤ ਕਰ ਸਕੀਏ। ਪਰ ਜਿਹੜੀ ਨੋਰਮਲ ਫਸਲ ਹੁੰਦੀ ਹੈ ਤਾਂ ਉਸ ਜਿੰਨਾ ਝਾੜ ਇਸ ਵਾਰ ਆਲੂ ਦੀ ਫਸਲ ਦਾ ਹੋਣ ਦਾ ਜਿਹੜਾ ਆਸ਼ੰਕਾ ਨੇ ਜਾਂ ਸੰਭਾਵਨਾ ਨੇ ਕਾਫੀ ਜ਼ਿਆਦਾ ਘੱਟ ਚੁੱਕੀਆਂ ਨੇ। ਅਤੇ ਦੂਜੀ ਜਿਹੜੀ ਆਉਣ ਵਾਲੀ ਫਸਲ ਹੈ ਕਣਕ ਦੀ ਤਾਂ ਉਸ ਦੇ ਉੱਪਰ ਵੀ ਇਹਦਾ ਪ੍ਰਭਾਵ ਹੈ ਮੀਂਹ ਦਾ ਬਹੁਤ ਜ਼ਿਆਦਾ ਹੋਵੇਗਾ, ਕਿਉਂਕਿ ਪੰਜਾਬ ਦੇ ਵਿੱਚ ਹਾਲੇ ਤੱਕ ਕਿਸੇ ਖੇਤਰ ਦੇ ਵਿੱਚ ਕਣਕ ਦੀ ਬਿਜਾਈ ਨਹੀਂ ਹੋਈ ਸੀ। ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਸੋਈ ਮੀਂਹ ਦੀ ਹੀ ਉਡੀਕ ਰਹੀ ਸੀ ਸਭ ਨੂੰ ਕਿ ਇਹ ਦੇਖ ਲਿਆ ਜਾਵੇ ਮੀਂਹ ਕਿੰਨਾ ਕੁ ਪੈਂਦਾ ਹੈ ਤਾਂ ਉਸ ਤੋਂ ਬਾਅਦ ਹੀ ਕਣਕ ਦੀ ਬਿਜਾਈ ਕੀਤੀ ਜਾਵੇ। ਤਾਂ ਕਣਕ ਦੀ ਬਿਜਾਈ ਵੀ ਲਗਭਗ 5 ਤੋਂ 7 ਨਵੰਬਰ ਦੇ ਵਿਚਕਾਰ ਕਹੀਏ ਤਾਂ ਹੋਣ ਦੇ ਜਿਹੜੇ ਆਸਾਰ ਨਹੀਂ ਹਨ। ਕਣਕ ਦੀ ਬਿਜਾਈ ਵੀ ਇਸ ਵਾਰ 10 ਤੋਂ 15 ਦਿਨ ਲੇਟ ਹੋ ਜਾਵੇਗੀ, ਜਿਸ ਕਰਕੇ ਅਗੇਤੀਆਂ ਜੋ ਕਿਸਮਾਂ ਨੇ ਜਿਵੇਂ 725 ਹੋ ਗਈ ਜਾਂ ਹੋਰ ਆਪਣੇ 2967 ਹੋ ਗਈਆਂ ਜਾਂ ਹੋਰ ਕਿਸਮਾਂ ਜਿਹੜੀਆਂ ਜ਼ਿਆਦਾ ਸਮਾਂ ਲੈਂਦੀਆਂ ਨੇ, ਜਿਨ੍ਹਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ 2-4 ਨਵੰਬਰ ਤੱਕ 25 ਅਕਤੂਬਰ ਤੋਂ ਇਸ ਹਫ਼ਤੇ ਦੇ ਵਿਚਕਾਰ ਬਿਜਾਈ ਹੋ ਜਾਵੇ ਤਾਂ ਚੰਗਾ ਝਾੜ ਮਿਲੇਗਾ, ਤਾਂ ਉਹਨਾਂ ਕਿਸਮਾਂ ਦੀ ਜਿਹੜੀ ਕਾਸ਼ਤ ਆ ਉਹ ਵੀ ਇਸ ਵਾਰ ਥੋੜ੍ਹਾ ਜਿਹਾ ਘਟਣ ਦੇ ਆਸਾਰ ਨੇ। ਸੋ ਜਿਸ ਕਰਕੇ ਕਣਕ ਆਉਣ ਵਾਲੀ ਜੋ ਫਸਲ ਹੈ ਉਸ ਦਾ ਉੱਪਰ ਵੀ ਅਸਰ ਆ ਜਿਹੜਾ ਇਸ ਮੀਂਹ ਦਾ ਆਪਾਂ ਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਸੋ ਇਸ ਵੇਲੇ ਕਿਸਾਨ ਵੀਰ ਹੁਣ ਜਿਹੜੀਆਂ ਫਸਲਾਂ ਨੇ ਕਣਕ ਦੀ ਆਉਣ ਵਾਲੀ ਕਿਸਮਾਂ ਨੂੰ ਤਰਜੀਹ ਦੇ ਸਕਦੇ ਨੇ, ਉਹ ਤਾਂ 30-86 ਬੀਜ ਸਕਦੇ ਨੇ। ਇਸ ਤੋਂ ਇਲਾਵਾ ਕੁਝ ਹੋਰ ਕਿਸਮਾਂ ਹੈਗੀਆਂ ਨੇ ਜਿਵੇਂ 550 ਹੋ ਗਈ ਤਾਂ ਉਹਨੂੰ ਵੀ ਥੋੜ੍ਹਾ ਜਿਹਾ ਲੇਟ ਜਾਣੀ ਕਿ 10 ਨਵੰਬਰ ਤੋਂ ਬਾਅਦ ਬੀਜਿਆ ਜਾ ਸਕਦਾ, ਜਿਹੜੀ ਕਿ ਚੰਗਾ ਝਾੜ ਦੇ ਜਾਂਦੀਆਂ ਨੇ। ਬਾਕੀ ਕਿਸਾਨ ਵੀਰ ਆਪਣੇ ਪੱਧਰ ਉੱਪਰ ਕੁਝ ਫਸਲਾਂ ਹੋਰ ਕਿਸਮਾਂ ਦਾ ਚੁਣਾਵ ਵੀ ਕਰ ਸਕਦੇ ਨੇ ਜਿਹੜੀਆਂ ਕਿ ਥੋੜ੍ਹਾ ਬਹੁਤ ਲੇਟ ਹੋ ਕੇ ਵੀ ਚੰਗਾ ਝਾੜ ਦੇ ਜਾਂਦੀਆਂ ਨੇ। ਪਰ ਜਿਹੜੀਆਂ ਕਿਸਮਾਂ ਦੀ ਸਿਫਾਰਿਸ਼ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਕੀਤੀ ਜਾਂਦੀ ਹੈ ਕਿ ਅਕਤੂਬਰ ਦੇ ਲਾਸਟ ਹਫ਼ਤੇ ਵਿੱਚ ਬਿਜਾਈ ਹੋ ਜਾਣੀ ਚਾਹੀਦੀ ਹੈ, ਤਾਂ ਕਿਸਾਨ ਵੀਰ ਉਹਨਾਂ ਥੋੜ੍ਹੀਆਂ ਕਿਸਮਾਂ ਨੂੰ ਦੀ ਬਿਜਾਈ ਕਰਨ ਵਿੱਚ ਥੋੜ੍ਹਾ ਜਿਹਾ ਗੁਰੇਜ਼ ਕਰਨ, ਕਿਉਂਕਿ ਉਹਨਾਂ ਦਾ ਝਾੜ ਜਿਹੜਾ 2-3 ਕੁਆਂਟਲ ਤੱਕ ਘੱਟ ਸਕਦਾ ਹੈ। ਕਿਉਂਕਿ ਅਗੇਤੀ ਕਿਸਮਾਂ ਦਾ ਜਿਹੜਾ ਕਹਿੰਦੀ ਆਪਾਂ ਵੀ ਅਗੇਤਾ ਸਮਾਂ ਹੁੰਦਾ ਹੈ ਤਾਂ ਉਹ ਹੁਣ ਲੇਟ ਹੋ ਚੁੱਕਿਆ, ਕਿਉਂਕਿ ਇਸ ਮੀਂਹ ਨਾਲ ਲੇਟ ਹੋ ਜਾਵੇਗਾ। ਸੋ ਕਿਸਾਨ ਵੀਰ ਇਸ ਥੋੜ੍ਹਾ ਜਿਹਾ ਗੱਲ ਦੇ ਉੱਪਰ ਗੌਰ ਕਰਨ ਤਾਂ ਜੋ ਆਪਾਂ ਅਗਲੀ ਫਸਲ ਦਾ ਜਿਹੜਾ ਚੰਗਾ ਝਾੜ ਪ੍ਰਾਪਤ ਕਰ ਸਕੀਏ।